ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਸੁਰਬੀ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ ਆਉਣ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਸਾਲ 2025 'ਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਟਰੰਪ ਦੀ ਤਲਵਾਰ ਦਾ ਖਤਰਾ। ਅਮਰੀਕਾ 'ਚ 5 ਮਿਲੀਅਨ ਤੋਂ ਪਾਰ ਹੋਈ ਭਾਰਤੀ ਪ੍ਰਵਾਸੀਆਂ ਦੀ ਗਿਣਤੀ। ਵੱਡੀ ਖਬਰ, ਕ੍ਰਿਸਮਸ ਦੇ ਤਿਉਹਾਰ ਦਰਮਿਆਨ ਅਮਰੀਕੀ 에ਅਰਲਾਈਨਸ ਨੇ ਰੋਕੀਆਂ ਸਾਰੀਆਂ ਉਡਾਨਾਂ। ਬਾਈਡਨ ਨੇ 895 ਅਰਬ ਡਾਲਰ ਦੇ ਰੱਖਿਆ ਬਜਟ ਤੇ ਕੀਤੇ ਦਸਤਖਤ। ਗ੍ਰੀਨਲੈਂਡ ਨੂੰ ਵੀ ਅਮਰੀਕਾ ਦੇ ਹਿੱਸਾ ਬਣਾਉਣਾ ਚਾਹੁੰਦੇ ਨੇ ਟਰੰਪ। ਬਾਈਡਨ ਦੇ ਕੈਦੀਆਂ ਦੇ ਅਪਰਾਧਾਂ ਨੂੰ ਮਾਫ ਕਰਨ ਦੇ ਫੈਸਲੇ ਤੇ ਭੜਕੇ ਟਰੰਪ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਚੋਣਾਂ ਦੌਰਾਨ ਅਮਰੀਕਾ ਵਿੱਚ ਗੈਰ ਪ੍ਰਵਾਸੀਆਂ ਨੂੰ ਰੋਕਣ ਦੀ ਜੋ ਸੌਖ ਖਾਧੀ ਸੀ, ਉਸ ਨੂੰ ਪੂਰਾ ਕਰਨ ਲਈ ਉਸਨੇ ਵੱਡੀ ਟੀਮ ਤਿਆਰ ਕਰ ਲਈ ਹੈ। ਟਰੰਪ ਨੇ ਉਹਨਾਂ ਲੋਕਾਂ ਨੂੰ ਆਪਣੀ ਵਜ਼ਾਰਤ ਵਿੱਚ ਰੱਖਿਆ ਹੈ ਜਿਹੜੇ ਕਿ ਪਹਿਲਾਂ ਹੀ ਅਮਰੀਕਾ 'ਚ ਨਜਾਇਜ਼ ਘੁਸਪੈਠ ਦੇ ਖਿਲਾਫ ਹਨ। 20 ਜਨਵਰੀ ਨੂੰ ਡੋਨਾਲਡ ਟਰੰਪ ਸਹੁੰ ਚੁੱਕਣ ਜਾ ਰਹੇ ਹਨ। ਚੋਣਾਂ ਤੋਂ ਪਹਿਲਾਂ ਹੀ ਇਹਨਾਂ ਦੀ ਕਾਰਗੁਜ਼ਾਰੀ ਤੋਂ ਇੰਜ ਲੱਗ ਰਿਹਾ ਹੈ ਕਿ ਇਸ ਵਾਰ ਇਹ ਆਪਣੀ ਕਹਾਣੀ ਤੇ ਕਰਨੀ ਤੇ ਪਾਬੰਦ ਰਹਿਣਗੇ। ਚੋਣਾਂ ਤੋਂ ਪਹਿਲਾਂ ਟਰੰਪ ਨੇ ਜਿਹੜੇ ਵਾਅਦੇ ਅਮਰੀਕੀਆਂ ਨਾਲ ਕੀਤੇ ਸਨ, ਉਹ ਉਹਨਾਂ ਨੂੰ ਇਨ-ਬਿਨ ਲਾਗੂ ਕਰਾਉਣ ਲਈ ਕੰਮ ਕਰਨਗੇ। ਟਰੰਪ ਜਦੋਂ ਪਹਿਲੀ ਵਾਰ ਚੁਣੇ ਗਏ ਸਨ, ਉਸ ਵਕਤ ਵੀ ਉਹਨਾਂ ਨੇ ਮੈਕਸੀਕੋ ਦੇ ਬਾਰਡਰ ਤੇ ਵੱਡੀ ਕੰਧ ਉਸਾਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਕਿ ਉਹਨਾਂ ਨੇ ਕਾਫੀ ਹੱਦ ਤੱਕ ਪੂਰਾ ਕੀਤਾ ਸੀ। ਬਹੁਤ ਸਾਰੇ ਅਜਿਹੇ ਬਿੱਲ ਵਾਪਸ ਲੈ ਲਏ ਗਏ ਸਨ ਜਿਹੜੇ ਕਿ ਪਹਿਲੀਆਂ ਸਰਕਾਰਾਂ ਵੇਲੇ ਪਾਸ ਕੀਤੇ ਗਏ ਸਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ। ਇਸ ਵਾਰ ਟਰੰਪ ਨੇ ਮੈਕਸੀਕੋ ਦੇ ਨਾਲ-ਨਾਲ ਕੈਨੇਡਾ ਅਤੇ ਚੀਨ ਸਮੇਤ ਕੁਝ ਹੋਰ ਮੁਲਕਾਂ ਤੇ ਵੀ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਆਪਣੇ ਦੇਸ਼ਾਂ ਤੋਂ ਗੈਰ ਕਾਨੂੰਨੀ ਲੋਕਾਂ ਦੀ ਘੁਸਪੈਠ ਅਤੇ ਨਸ਼ੇ ਆਦਿ ਵਰਗੇ ਸਮਾਨ ਦੀ ਸਮਗਲਿੰਗ ਬੰਦ ਨਹੀਂ ਕੀਤੀ ਤਾਂ ਤੁਹਾਡੇ ਮੁਲਕਾਂ ਤੋਂ ਆਉਣ ਵਾਲੇ ਸਮਾਨ ਤੇ ਵੱਡਾ ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ ਅੰਤਰਰਾਸ਼ਟਰੀ ਪੱਧਰ ਤੇ ਜਿੱਥੇ ਅਜਿਹੇ ਮੁੱਦਿਆਂ ਤੇ ਐਲਾਨ ਕੀਤੇ ਹਨ, ਉੱਥੇ ਸਥਾਨਕ ਡਾਕਾ ਨੂੰ ਵੀ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਟਰੰਪ ਨੇ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਭੇਜਣ ਦਾ ਵਾਅਦਾ ਕੀਤਾ ਹੋਇਆ। ਇਸ ਤੋਂ ਲੱਗਦਾ ਹੈ ਕਿ ਟਰੰਪ ਲੱਖਾਂ ਦੀ ਗਿਣਤੀ ਵਿੱਚ ਗੈਰ ਕਾਨੂੰਨੀ ਲੋਕਾਂ ਨੂੰ ਵਾਪਸ ਉਹਨਾਂ ਦੇ ਮੁਲਕਾਂ ਵਿੱਚ ਭੇਜੇਗਾ। ਬਹੁਤ ਸਾਰੇ ਰਿਪਬਲਿਕਨ ਸਟੇਟਾਂ ਦੇ ਗਵਰਨਰ ਨੇ ਟਰੰਪ ਦੀ ਇਹਨਾਂ ਨੀਤੀਆਂ ਦਾ ਸਮਰਥਨ ਕੀਤਾ ਹੈ ਅਤੇ ਆਪਣੀਆਂ ਸਟੇਟਾਂ ਵੱਲੋਂ ਸਹੂਲਤਾਂ ਦੇਣ ਦਾ ਐਲਾਨ ਵੀ ਕੀਤਾ ਹੈ। ਟੈਕਸਾਸ ਦੇ ਗਵਰਨਰ ਨੇ ਤਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਰਹਿ ਰਹੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕਰਨ ਲਈ ਜੇਲ੍ਹ ਦੀ ਵਿਵਸਥਾ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਇੱਥੋਂ ਤੱਕ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਭੇਜਣ ਲਈ ਅਮਰੀਕੀ ਸੁਰੱਖਿਆ ਦਸਤਿਆਂ ਯਾਨੀ ਕਿ ICE ਸਮੇਤ ਅਮਰੀਕੀ ਫੌਜ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਅਮਰੀਕਾ ਵਿੱਚ ਰਹਿ ਰਹੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਰਾਜਨੀਤਿਕ ਸ਼ਰਨ ਲੈਣ ਵਾਲਿਆਂ ਨੂੰ ਵੀ ਇਸ ਵੇਲੇ ਆਉਣ ਵਾਲਾ ਸਮਾਂ ਹਨੇਰਾ ਜਿਹਾ ਜਾਪ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਟਰੰਪ 20 ਜਨਵਰੀ ਤੋਂ ਬਾਅਦ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਵਿੱਚ ਆਉਣ ਤੋਂ ਰੋਕਣ ਅਤੇ ਇੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਕੀ ਉਪਰਾਲੇ ਕਰਦੇ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਭਾਈਚਾਰਾ ਤੇਜ਼ੀ ਨਾਲ ਵਧਿਆ ਹੈ। 2000 ਵਿੱਚ 1.9 ਮਿਲੀਅਨ ਦੇ ਮੁਕਾਬਲੇ 2023 ਵਿੱਚ 50 ਲੱਖ ਲੋਕਾਂ ਨੂੰ ਪਾਰ ਕਰ ਗਿਆ। ਇਹ ਭਾਈਚਾਰਾ ਵਪਾਰ, ਸੱਭਿਆਚਾਰ ਅਤੇ ਨਵੀਨਤਾ ਰਾਹੀਂ ਅਮਰੀਕਾ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। US ਸਟੇਟ ਡਿਪਾਰਟਮੈਂਟ ਵਿੱਚ ਹੋਏ ਇੱਕ ਤਾਜ਼ਾ ਸਮਾਗਮ ਵਿੱਚ ਉਪ ਵਿਦੇਸ਼ ਸਕੱਤਰ ਰਿਚਰਡ R ਵਰਮਾ ਨੇ ਭਾਰਤੀ ਅਮਰੀਕੀਆਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ 130 ਭਾਰਤੀ ਅਮਰੀਕੀ ਬਾਈਡਨ ਹੈਰਿਸ ਪ੍ਰਸ਼ਾਸਨ ਵਿੱਚ ਸੀਨੀਅਰ ਅਹੁਦਿਆਂ ਤੇ ਹਨ। ਕਾਰੋਬਾਰ ਵਿੱਚ 20% ਚੋਟੀ ਦੇ US ਸਟਾਰਟਅਪਸ, ਜਿਨ੍ਹਾਂ ਨੂੰ ਯੂਨੀਕੋਰਨ ਕਿਹਾ ਜਾਂਦਾ ਹੈ, ਦੇ ਭਾਰਤੀ ਸੰਸਥਾਪਕ ਜਾਂ ਸਹਿ ਸੰਸਥਾਪਕ ਹਨ। ਅਮਰੀਕਾ ਅਤੇ ਭਾਰਤ ਦੇ ਮਜ਼ਬੂਤ ਐਕੈਡਮਿਕ ਸਬੰਧ ਹਨ। ਲਗਭਗ 300 ਐਕਸਚੇਂਜ ਪ੍ਰੋਗਰਾਮ ਪ੍ਰਮੁੱਖ ਭਾਰਤੀ ਕਾਲਜਾਂ ਨੂੰ ਅਮਰੀਕਾ ਦੀਆਂ 205 ਯੂਨੀਵਰਸਿਟੀਆਂ ਨਾਲ ਜੋੜਦੇ ਹਨ। ਇਹ ਸਾਂਝੇਦਾਰੀ, ਸਹਿਯੋਗ ਅਤੇ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਰਿਚਰਡ ਵਰਮਾ, ਜੋ ਕਦੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਨ, ਉਹਨਾਂ ਨੇ ਉਜਾਗਰ ਕੀਤਾ ਕਿ ਕਿਸ ਤਰ੍ਹਾਂ ਦੋਵੇਂ ਦੇਸ਼ਾਂ ਵਿਚਕਾਰ ਵਪਾਰ, ਰੱਖਿਆ, ਸਿੱਖਿਆ
ਅਤੇ ਸੱਭਿਆਚਾਰਕ ਸੰਬੰਧਾਂ 'ਚ ਮਹੱਤਵਪੂਰਨ ਵਾਧਾ ਹੋਇਆ ਹੈ। ਦੋਪੱਖੀ ਵਪਾਰ 2000 ਵਿੱਚ $20 ਬਿਲੀਅਨ ਤੋਂ ਵੱਧ ਕੇ 2023 'ਚ $195 ਬਿਲੀਅਨ ਹੋ ਗਿਆ ਹੈ ਅਤੇ 2024 ਦੇ ਵਿੱਚ $200 ਬਿਲੀਅਨ ਨੂੰ ਪਾਰ ਕਰਨ ਦੀ ਉਮੀਦ ਹੈ। ਰੱਖਿਆ ਸਹਿਯੋਗ ਵੀ ਨਾਟਕੀ ਢੰਗ ਨਾਲ ਫੈਲਿਆ ਹੈ, ਜੋ ਕਿ 2000 ਵਿੱਚ ਵਪਾਰ ਨਹੀਂ ਤੋਂ 2023 ਵਿੱਚ $24 ਬਿਲੀਅਨ ਤੱਕ ਪਹੁੰਚ ਗਿਆ। ਭਾਰਤ ਹੁਣ ਮਲਾਬਾਰ ਯਾਨੀ ਨੇਵਲ ਯੁੱਧ ਅਭਿਆਸ ਫੌਜ, ਕੋਪ ਇੰਡੀਆ ਯਾਨੀ 에ਅਰ ਫੋਰਸ, ਵਜਰਾ ਵਰਗੇ ਸਾਂਝੇ ਅਭਿਆਸਾਂ ਨਾਲ ਅਮਰੀਕਾ ਦਾ ਚੋਟੀ ਦਾ ਫੌਜੀ ਭਾਈਵਾਲ ਹੈ। ਅਮਰੀਕਾ 'ਚ ਭਾਰਤੀ ਵਿਦਿਆਰਥੀ ਵੀ 2000 ਵਿੱਚ 54,664 ਤੋਂ ਵੱਧ ਕੇ 2023 ਵਿੱਚ 3,31,600 ਹੋ ਗਏ ਹਨ। 2023 ਵਿੱਚ ਅਮਰੀਕਾ ਨੇ ਭਾਰਤ ਵਿੱਚ ਲੋਕਾਂ ਨੂੰ 1 ਮਿਲੀਅਨ ਤੋਂ ਵੱਧ ਵੀਜ਼ੇ ਜਾਰੀ ਕੀਤੇ ਅਤੇ ਦੋਵੇਂ ਦੇਸ਼ ਬੋਸਟਨ, ਲਾਸ ਏਂਜਲਸ, ਬੈਂਗਲੁਰੂ ਅਤੇ ਅਹਿਮਦਾਬਾਦ ਵਰਗੇ ਸ਼ਹਿਰਾਂ ਵਿੱਚ ਨਵੇਂ ਕੌਂਸੂਲੇਟ ਖੋਲ੍ਹ ਰਹੇ ਹਨ। ਰਿਚਰਡ ਵਰਮਾ ਨੇ ਸੋਸ਼ਲ ਮੀਡੀਆ ਤੇ ਵੱਧ ਰਹੀ ਸਾਂਝੇਦਾਰੀ ਦਾ ਜਸ਼ਨ ਮਨਾਇਆ ਅਤੇ ਭਾਰਤੀ ਰਾਜਦੂਤ ਵਿਨੇ ਕਵਾਤਰਾ ਦਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਅਮਰੀਕਨ 에ਅਰਲਾਈਨਜ਼ ਗਰੁੱਪ ਇੰਕ ਨੇ ਕਿਹਾ ਹੈ ਕਿ ਉਸ ਦੀਆਂ ਸਾਰੀਆਂ ਉਡਾਨਾਂ ਨੂੰ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਸਾਲ ਦੇ ਸਭ ਤੋਂ ਵਿਅਸਤ ਦਿਨਾਂ ਦਰਮਿਆਨ ਕੰਪਨੀ ਨੇ ਉਡਾਨਾਂ ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ। 에ਅਰਲਾਈਨ ਨੇ ਐਕਸ ਤੇ ਇੱਕ ਬਿਆਨ ਵਿੱਚ ਕਿਹਾ, ਯਾਤਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇੱਕ ਵਾਰ ਇਸ ਸਮੱਸਿਆ ਨੂੰ ਠੀਕ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਸੁਰੱਖਿਅਤ ਢੰਗ ਨਾਲ ਤੁਹਾਡੀ ਮੰਜ਼ਿਲ ਤੇ ਪਹੁੰਚਾਵਾਂਗੇ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਅਮਰੀਕੀ 에ਅਰਲਾਈਨ ਨੇ ਆਪਣੀਆਂ ਸਾਰੀਆਂ ਉਡਾਨਾਂ ਨੂੰ ਰੋਕਣ ਦੀ ਬੇਨਤੀ ਕੀਤੀ ਹੈ। 에ਅਰਲਾਈਨ ਨੇ ਐਕਸ ਨੂੰ ਇੱਕ ਪੋਸਟ ਵਿੱਚ ਲਿਖਿਆ, ਅਸੀਂ ਵਰਤਮਾਨ ਸਮੇਂ ਵਿੱਚ ਸਾਰੀਆਂ ਅਮਰੀਕੀ 에ਅਰਲਾਈਨਾਂ ਦੀਆਂ ਉਡਾਨਾਂ ਵਿੱਚ ਤਕਨੀਕੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਪੋਸਟ ਵਿੱਚ ਅੱਗੇ ਕਿਹਾ ਗਿਆ ਕਿ ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ, ਇਸ ਕਰਕੇ ਇਸ ਨੂੰ ਠੀਕ ਕਰਨਾ ਸਾਡੀ ਤਰਜੀਹ ਹੈ। ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ $895 ਅਰਬ ਦੇ ਰੱਖਿਆ ਬਜਟ ਤੇ ਦਸਤਖਤ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵਾਈਟ ਹਾਊਸ ਦੇ ਸੂਤਰਾਂ ਨੇ ਇਹ ਦੱਸਿਆ ਕਿ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਦੀ $895 ਬਿਲੀਅਨ ਦੇ ਰੱਖਿਆ ਬਜਟ ਤੇ ਸਹਿਮਤੀ ਤੋਂ ਬਾਅਦ ਬਾਈਡਨ ਨੇ ਇਸ ਤੇ ਦਸਤਖਤ ਕੀਤੇ ਹਨ। ਇਹ ਅਗਲੇ ਸਾਲ 2025 ਤੋਂ ਲਾਗੂ ਹੋਵੇਗਾ। 18 ਦਸੰਬਰ ਨੂੰ ਦੱਸਿਆ ਗਿਆ ਹੈ ਕਿ ਡਰਾਫਟ ਬਜਟ ਵਿੱਚ ਇੰਡੋ ਪੈਸੀਫਿਕ ਖੇਤਰ ਵਿੱਚ ਅਮਰੀਕਾ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ, ਫੌਜੀ ਤਨਖਾਹ ਵਧਾਉਣ, 7 ਨਵੇਂ ਜਹਾਜ਼ਾਂ ਦਾ ਨਿਰਮਾਣ ਅਤੇ ਦੇਸ਼ ਦੇ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਦੇ ਉਪਾਅ ਸ਼ਾਮਲ ਹਨ। ਡੋਨਲਡ ਟਰੰਪ ਦੀਆਂ ਇੱਛਾਵਾਂ ਸੋਚ ਚੁੱਕਣ ਤੋਂ ਪਹਿਲਾਂ ਹੀ ਇੱਕ ਮਗਰੋਂ ਇੱਕ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਉਹ ਡੈਨਮਾਰਕ ਦੀ ਮਾਲਕੀ ਵਾਲੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ ਡੈਨਮਾਰਕ ਦੇ ਖੁਦ ਮੁਖਤਿਆਰ ਵਾਲੇ ਇਲਾਕੇ ਦੇ ਪ੍ਰਧਾਨ ਮੰਤਰੀ ਮਿਊਟ ਏਗਡ ਨੇ ਕਿਹਾ ਹੈ ਕਿ ਗ੍ਰੀਨਲੈਂਡ ਸਾਡਾ ਹੈ ਅਤੇ ਅਸੀਂ ਵਿਕਰੀ ਵਾਸਤੇ ਨਹੀਂ ਹਾਂ। ਇਸੇ ਦੌਰਾਨ ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮੁਲਕ ਅਮਰੀਕਾ ਦੀ ਨਵੀਂ ਸਰਕਾਰ ਨਾਲ ਤਾਲਮੇਲ ਅਧੀਨ ਅੱਗੇ ਵਧਣਾ ਚਾਹੁੰਦਾ ਹੈ, ਪਰ ਗ੍ਰੀਨਲੈਂਡ ਦੇ ਮੁੱਦੇ ਤੇ ਉਹ ਮਿਊਟ ਏਗਡ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਗ੍ਰੀਨਲੈਂਡ ਵੇਚਿਆ ਨਹੀਂ ਜਾਵੇਗਾ। ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਇਤਰਾਜ਼ ਪ੍ਰਗਟਾਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਡੋਨਲਡ ਟਰੰਪ ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦਾ ਜ਼ਿਕਰ ਕਰ ਚੁੱਕੇ ਹਨ, ਜਦਕਿ ਪਨਾਮਾ ਨਹਿਰ ਤੇ ਮੁੜ ਕਾਬਜ਼ ਹੋਣ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ। 2019 ਵਿੱਚ ਵੀ ਟਰੰਪ ਵੱਲੋਂ ਗ੍ਰੀਨਲੈਂਡ ਵਿੱਚ ਦਿਲਚਸਪੀ ਦਾ ਇਜ਼ਹਾਰ ਕੀਤਾ ਗਿਆ, ਪਰ ਬਾਅਦ ਵਿੱਚ ਇਰਾਦਾ ਛੱਡ ਦਿੱਤਾ ਗਿਆ। ਹੁਣ ਟਰੰਪ ਦਲੀਲਾਂ ਦੇ ਰਹੇ ਹਨ ਕਿ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਗ੍ਰੀਨਲੈਂਡ ਦੀ ਮਾਲਕੀ ਬੇहद ਲਾਜ਼ਮੀ ਹੋ ਚੁੱਕੀ ਹੈ। ਹਾਲਾਂਕਿ ਟਰੰਪ ਵੱਲੋਂ ਕੌਮੀ ਸੁਰੱਖਿਆ ਦੇ ਆਧਾਰ ਨਾਲ ਸੰਬੰਧਿਤ ਕੋਈ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਗਏ। ਦੱਸ ਦਈਏ ਕਿ ਗ੍ਰੀਨਲੈਂਡ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਮੰਨਿਆ ਜਾਂਦਾ ਹੈ ਕਿ ਮੌਜੂਦਾ ਵਰ੍ਹੇ ਦੀਆਂ ਗਰਮੀਆਂ ਦੌਰਾਨ ਰੂਸੀ ਸਮੁੰਦਰੀ ਜਹਾਜ਼ ਬਰਫ਼ ਨੂੰ ਚੀਰਦਾ ਹੋਇਆ ਧਰਤੀ ਦੇ ਨਾਰਥ ਪੋਲ ਤੇ ਪੁੱਜ ਗਿਆ। ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਟਰੰਪ ਦੇ ਮਨ ਵਿੱਚ ਪੁਰਾਣਾ ਖਿਆਲ ਉੱਭਰ ਰਿਹਾ ਹੈ ਜੋ ਕਿਸੇ ਵੇਲੇ ਉਹਨਾਂ ਨੂੰ ਛੱਡ ਦਿੱਤਾ ਸੀ। ਗ੍ਰੀਨਲੈਂਡ ਤੇ ਮਾਲਕੀ ਹੋਣ ਦੀ ਸੂਰਤ ਵਿੱਚ ਅਮਰੀਕਾ ਨਾਰਥ ਪੋਲ ਇਲਾਕੇ ਵਿੱਚ ਰੂਸੀ ਸਰਗਰਮੀਆਂ ਤੇ ਵਧੇਰੇ ਕਾਰਗਰ ਤਰੀਕੇ ਨਾਲ ਨਿਗਰਾਨੀ ਕਰ ਸਕਦਾ ਹੈ। ਹਾਰਵਰਡ ਇੰਟਰਨੈਸ਼ਨਲ ਰਿਵਿਊ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਰੂਸ ਠੰਡੀ ਜੰਗ ਵੇਲੇ ਦੇ ਉਹਨਾਂ 475 ਟਿਕਾਣਿਆਂ ਤੇ ਮੁੜ ਨਿਵੇਸ਼ ਕਰ ਰਿਹਾ ਹੈ ਜੋ ਫੌਜੀ ਨਜ਼ਰੀਏ ਤੋਂ ਬੇहद ਅਹਿਮ ਮੰਨੇ ਜਾਂਦੇ ਹਨ। ਆਰਕਟਿਕ ਖੇਤਰ ਵਿੱਚ ਰੂਸ ਦੀਆਂ ਵਧਦੀਆਂ ਸਰਗਰਮੀਆਂ ਅਤੇ ਪੁਰਾਣੇ ਫੌਜੀ ਅੱਡਿਆਂ ਨੂੰ ਮੁੜ ਸਰਗਰਮ ਕਰਨ ਦੇ ਯਤਨ ਅਮਰੀਕਾ ਦੀਆਂ ਚਿੰਤਾਵਾਂ ਵਿੱਚ ਵਾਧਾ ਕਰਦੇ ਮਹਿਸੂਸ ਹੋ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਬਾਈਡਨ ਕੈਦੀਆਂ ਦੀਆਂ ਸਜ਼ਾਵਾਂ ਮਾਫ ਕਰਨ ਵਿੱਚ ਰੁੱਝੇ ਹੋਏ ਹਨ, ਪਰ ਡੋਨਾਲਡ ਟਰੰਪ ਨੂੰ ਇਹ ਸਭ ਪਸੰਦ ਨਹੀਂ ਆ ਰਿਹਾ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਸੱਤਾ ਸੰਭਾਲਦੇ ਹੀ ਨਿਆਂ ਵਿਭਾਗ ਨੂੰ ਨਿਰਦੇਸ਼ ਦੇਣਗੇ ਕਿ ਉਹ ਅਮਰੀਕੀ ਪਰਿਵਾਰਾਂ ਨੂੰ ਅਪਰਾਧੀਆਂ ਤੋਂ ਬਚਾਉਣ ਲਈ ਮੌਤ ਦੀ ਸਜ਼ਾ ਦੇਣਾ ਜਾਰੀ ਰੱਖੇ। ਟਰੰਪ ਦਾ ਮੰਨਣਾ ਹੈ ਕਿ ਸਜ਼ਾ ਮਾਫ ਕਰਨ ਦਾ ਕੋਈ ਮਤਲਬ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜੋ ਬਾਈਡਨ ਨੇ ਕਰੀਬ 1500 ਕੈਦੀਆਂ ਦੀ ਸਜ਼ਾ ਘਟਾਉਣ ਦਾ ਐਲਾਨ ਕੀਤਾ ਸੀ। ਕੋਰੋਨਾ ਦੇ ਸਮੇਂ ਦੌਰਾਨ ਇਨ੍ਹਾਂ ਕੈਦੀਆਂ ਨੂੰ ਜੇਲ੍ਹ ਤੋਂ ਰਿਹਾ ਕਰਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। 39 ਹੋਰ ਅਪਰਾਧੀਆਂ ਦੀ ਸਜ਼ਾ ਦੀ ਮਾਫ ਕਰ ਦਿੱਤੀ ਗਈ ਸੀ। ਇਹ ਉਹ ਅਪਰਾਧੀ ਹਨ ਜੋ ਹਿੰਸਕ ਅਪਰਾਧ ਵਿੱਚ ਸ਼ਾਮਲ ਨਹੀਂ ਸਨ। ਡੋਨਾਲਡ ਟਰੰਪ ਬਾਈਡਨ ਦੀ ਇਸ ਮਾਫੀ ਮੁਹਿੰਮ ਦੇ ਹੱਕ ਵਿੱਚ ਨਹੀਂ ਹਨ। ਉਸ ਦਾ ਕਹਿਣਾ ਹੈ ਕਿ ਅਮਰੀਕੀਆਂ ਲਈ ਬਿਹਤਰ ਜ਼ਿੰਦਗੀ ਅਤੇ ਅਪਰਾਧ ਮੁਕਤ ਮਾਹੌਲ ਲਈ ਮੌਤ ਦੀ ਸਜ਼ਾ ਜਾਰੀ ਹੋਣੀ ਚਾਹੀਦੀ ਹੈ। ਪਿਛਲੇ ਸੋਮਵਾਰ ਵੀ ਬਾਈਡਨ ਨੇ 37 ਅਪਰਾਧੀਆਂ ਦੀ ਮੌਤ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਇਹਨਾਂ ਵਿੱਚ ਸਾਥੀ ਕੈਦੀਆਂ ਦੇ ਕਤਲ ਦੇ 9, ਬੈਂਕ ਡਕੈਤੀ ਦੌਰਾਨ ਕਤਲ ਦੇ 4 ਅਤੇ ਜੇਲ੍ਹ ਗਾਰਡ ਦੇ ਕਤਲ ਦੇ 1 ਮਾਮਲੇ ਸ਼ਾਮਲ ਹਨ। ਹਾਲਾਂਕਿ ਅਜੇ ਵੀ ਸੰਘੀ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। 3 ਉੱਚ ਪ੍ਰੋਫਾਈਲ ਕਾਤਲ ਹਨ ਜੋ ਇਸ ਦਾ ਸਾਹਮਣਾ ਕਰ ਰਹੇ ਹਨ। ਇਸ ਵਿੱਚ 2013 ਵਿੱਚ ਬੋਸਟਨ ਮੈਰਾਥਨ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲਾ ਅਪਰਾਧੀ, 2015 ਵਿੱਚ 9 ਕਾਲੇ ਲੋਕਾਂ ਨੂੰ ਗੋਲੀ ਮਾਰਨ ਵਾਲਾ ਅਪਰਾਧੀ ਅਤੇ 2018 ਵਿੱਚ 11 ਯਹੂਦੀ ਲੋਕਾਂ ਦੇ ਸਮੂਹਿਕ ਕਤਲ ਦਾ ਦੋਸ਼ੀ ਸ਼ਾਮਲ ਹੈ। ਜੋ ਬਾਈਡਨ ਦਾ ਕਾਰਜਕਾਲ ਜਨਵਰੀ ਵਿੱਚ ਖਤਮ ਹੋ ਰਿਹਾ ਹੈ। 20 ਜਨਵਰੀ ਨੂੰ ਡੋਨਾਲਡ ਟਰੰਪ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਹ ਮਾਫੀ ਦੇਣ ਦੇ ਬਾਈਡਨ ਦੇ ਫੈਸਲੇ ਨੂੰ ਨਹੀਂ ਬਦਲ ਸਕਦੇ। ਜੋ ਟਰੰਪ ਯਕੀਨੀ ਤੌਰ ਤੇ ਕਰ ਸਕਦੇ ਹਨ ਉਹ ਹੈ ਭਵਿੱਖ ਵਿੱਚ ਮੌਤ ਦੀ ਸਜ਼ਾ ਨੂੰ ਜਾਰੀ ਰੱਖਣ ਤੇ ਜ਼ੋਰ ਦੇਣਾ। ਇਸ ਤੋਂ ਪਹਿਲਾਂ ਬਾਈਡਨ ਨੇ ਟੈਕਸ ਚੋਰੀ ਦੇ ਮਾਮਲੇ ਵਿੱਚ ਆਪਣੇ ਹੰਟਰ ਬਾਈਡਨ ਨੂੰ ਰਾਸ਼ਟਰਪਤੀ ਮਾਫੀ ਦਿੱਤੀ ਸੀ। ਪੈਰਿਸ ਦੇ ਆਈਫਲ ਟਾਵਰ 'ਚ ਭਿਆਨਕ ਅੱਗ ਲੱਗ ਗਈ। ਪੂਰੇ ਟਾਵਰ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਟਾਵਰ ਦੀ ਲਿਫਟ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਪੂਰੇ ਟਾਵਰ ਨੂੰ ਖਾਲੀ ਕਰਵਾਉਣਾ ਪਿਆ। ਟਾਵਰ ਤੇ ਮੌਜੂਦ ਸੈਲਾਨੀਆਂ ਨੂੰ ਇਤਿਹਾਸਕ ਸਥਾਨ ਤੋਂ ਦੂਰ ਲਿਜਾਇਆ ਗਿਆ। ਕ੍ਰਿਸਮਸ ਦੀ ਸ਼ਾਮ ਹੋਣ ਕਾਰਨ ਟਾਵਰ ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਸਨ। ਹਾਲਾਂਕਿ ਸਾਰਿਆਂ ਨੂੰ ਸਮੇਂ ਸਿਰ ਬਾਹਰ ਕੱਢ ਕੇ ਸੁਰੱਖਿਅਤ ਸਥਾਨ ਤੇ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਆਈਫਲ ਟਾਵਰ ਨੂੰ ਬੰਦ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਰਰ ਯੂਕੇ ਦੀ ਰਿਪੋਰਟ ਅਨੁਸਾਰ ਟਾਵਰ ਦੀ ਸਾਂਭ ਸੰਭਾਲ ਕਰਨ ਵਾਲੀ ਕੰਪਨੀ SETE ਦੇ ਬੁਲਾਰੇ ਦੇ ਅਨੁਸਾਰ ਅਲਾਰਮ ਇੱਕ ਉੱਚੀ ਪਾਵਰ ਰੇਲ ਵਿੱਚ ਸ਼ਾਰਟ ਸਰਕਟ ਕਾਰਨ ਹੋਇਆ ਸੀ। ਅਜਿਹੀ ਹੀ ਸਮੱਸਿਆ ਇਤਿਹਾਸਕ ਇਮਾਰਤ ਦੀ ਦੂਜੀ ਮੰਜ਼ਲ ਅਤੇ ਉੱਪਰਲੀ ਮੰਜ਼ਲ ਤੇ ਵੀ ਦੇਖਣ ਨੂੰ ਮਿਲੀ। ਸ਼ਾਰਟ ਸਰਕਟ ਤੋਂ ਬਾਅਦ ਸਵੇਰੇ 10:50 ਤੇ ਅਲਾਰਮ ਵੱਜਣਾ ਸ਼ੁਰੂ ਹੋ ਗਿਆ। ਬੁਲਾਰੇ ਨੇ ਕਿਹਾ, ਮੌਜੂਦਾ ਸੁਰੱਖਿਆ ਪ੍ਰਕਿਰਿਆਵਾਂ ਦੇ ਮੁਤਾਬਕ ਅਸੀਂ ਆਈਫਲ ਟਾਵਰ ਨੂੰ ਖਾਲੀ ਕਰਵਾ ਲਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਫਿਲਹਾਲ ਅਸਤੀਫਾ ਦੇਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਓਟਵਾ ਵਿਖੇ ਕ੍ਰਿਸਮਸ ਮਨਾਉਣ ਮਗਰੋਂ ਉਹ ਪਰਿਵਾਰ ਨਾਲ BC ਵਿੱਚ ਛੁੱਟੀਆਂ ਮਨਾਉਣ ਵਾਸਤੇ ਜਾ ਸਕਦੇ ਹਨ। ਭਾਰੀ ਦਬਾਅ ਦੇ ਬਾਵਜੂਦ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੁਰਸੀ ਤੇ ਟਿਕੇ ਰਹਿਣ ਦਾ ਫੈਸਲਾ ਸਿਆਸੀ ਮਾਹਰਾਂ ਦੀ ਸਮਝ ਤੋਂ ਬਾਹਰ ਹੈ। ਉਧਰ ਕ੍ਰਿਸਟੀਆ ਫਰੀਲੈਂਡ ਕੋਲ ਫੋਨ ਕਾਲਸ ਦਾ ਹੜ੍ਹ ਆ ਚੁੱਕਾ ਹੈ, ਜਿਨ੍ਹਾਂ ਵਿੱਚ ਲਿਬਰਲ MP ਅਤੇ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਵਾਸਤੇ ਆਰਥਿਕ ਸਹਾਇਤਾ ਦੇ ਪੇਸ਼ਕਸ਼ ਕਰਨ ਵਾਲੀ ਜੇਨਾਰਡ ਸ਼ਾਮਲ ਹਨ। ਨਿਊ ਬ੍ਰੰਜ਼ਵਿਕ ਤੋਂ ਲਿਬਰਲ MP ਰੈਨੇ ਆਰਸਨੋ ਨੇ ਕਿਹਾ ਹੈ ਕਿ ਟਰੂਡੋ ਹੋਰ ਉਡੀਕ ਨਹੀਂ ਕਰ ਸਕਦੇ। ਕੈਨੇਡੀਅਨਸ ਨੂੰ ਦੱਸਣਾ ਹੋਵੇਗਾ ਕਿ ਕ੍ਰਿਸਟੀਆ ਫਰੀਲੈਂਡ ਨੇ ਅਸਤੀਫਾ ਕਿਉਂ ਦਿੱਤਾ ਅਤੇ ਮੁਲਕ ਵਾਸੀਆਂ ਦੇ ਭਵਿੱਖ ਬਾਰੇ ਕੀ ਸੋਚਦੇ ਹਨ। ਅਸਤੀਫੇ ਦਾ ਐਲਾਨ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ ਤਾਂ ਕਿ ਲਿਬਰਲ ਪਾਰਟੀ ਦੇ ਨਵੇਂ ਆਗੂ ਨੂੰ ਜ਼ਿੰਮੇਵਾਰੀ ਸੌਂਪੀ ਜਾ ਸਕੇ ਅਤੇ ਅਗਲੇ ਮਹੀਨੇ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਪੈਦਾ ਹੋਣ ਵਾਲੇ ਹਾਲਾਤ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਿਆ ਜਾ ਸਕੇ। ਉਧਰ ਦ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਲਿਬਰਲ ਪਾਰਟੀ ਦੇ ਇੱਕ ਆਗੂ ਨੇ ਦੱਸਿਆ 2 ਬਦਲਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਹਿਲਾ ਇਹ ਹੈ ਕਿ ਗਵਰਨਰ ਜਨਰਲ ਨੂੰ ਸਿਫਾਰਿਸ਼ ਕਰਕੇ ਸੰਸਦ ਦਾ ਇਜਲਾਸ 4 ਮਹੀਨੇ ਵਾਸਤੇ ਮੁਲਤਵੀ ਕਰਦਿਆਂ ਨਵੇਂ ਆਗੂ ਦੀ ਚੋਣ ਕੀਤੀ ਜਾਵੇ ਅਤੇ ਦੂਜਾ ਇਹ ਕਿ ਲਿਬਰਲ ਕੋਕਸ ਦੀ ਸਿਫਾਰਿਸ਼ ਤੇ ਪਾਰਟੀ ਦੀ ਕੌਮੀ ਕਾਰਜਕਾਰਨੀ ਵੱਲੋਂ ਅੰਤਰਮ ਆਗੂ ਦੀ ਚੋਣ ਕੀਤੀ ਜਾਵੇ। ਪਰ ਇਹ ਸਭ ਤਾਂ ਹੀ ਹੋਵੇਗਾ ਜੇ ਟਰੂਡੋ ਅਸਤੀਫੇ ਦਾ ਐਲਾਨ ਕਰਨਗੇ। ਅਮਰੀਕਾ ਦੇ ਕੈਲੀਫੋਰਨੀਆ 'ਚ ਲੋਰੈਂਸ ਬਿਸ਼ਨੋਈ ਗੈਂਗ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੁਨੀਲ ਯਾਦਵ ਉਰਫ ਗੋਲੀ ਨੂੰ ਅਪਰਾਧੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ। ਸੂਤਰਾਂ ਮੁਤਾਬਕ ਲੋਰੈਂਸ ਬਿਸ਼ਨੋਈ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਸੁਨੀਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਇੱਕ ਵੱਡਾ ਖਿਡਾਰੀ ਮੰਨਿਆ ਜਾਂਦਾ ਸੀ ਜੋ ਪਾਕਿਸਤਾਨ ਤੋਂ ਨਸ਼ਿਆਂ ਦੀ ਖੇਪ ਲਿਆਉਂਦਾ ਸੀ ਅਤੇ ਦੁਨੀਆ ਭਰ ਵਿੱਚ ਸਪਲਾਈ ਕਰਦਾ ਸੀ। ਸੁਨੀਲ ਯਾਦਵ ਕਰੀਬ 2 ਸਾਲ ਪਹਿਲਾਂ ਫਰਜ਼ੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ ਸੀ। ਸੁਨੀਲ ਯਾਦਵ ਅਬੋਹਰ ਫਾਜ਼ਿਲਕਾ ਦਾ ਰਹਿਣ ਵਾਲਾ ਸੀ। ਇਸ ਤੋਂ ਪਹਿਲਾਂ ਸੁਨੀਲ ਲੋਰੈਂਸ ਗੈਂਗ ਨਾਲ ਜੁੜਿਆ ਹੋਇਆ ਸੀ। ਸੁਨੀਲ ਯਾਦਵ ਇੱਕ ਵੱਡਾ ਡਰੱਗ ਮਾਫੀਆ ਸੀ
ਜੋ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰ ਰਿਹਾ ਸੀ। ਪਹਿਲਾਂ ਉਸ ਦਾ ਦੁਬਈ ਅਤੇ ਫਿਰ ਅਮਰੀਕਾ ਵਿੱਚ ਕਾਰੋਬਾਰ ਸੀ। ਰਾਜਸਥਾਨ ਪੁਲਿਸ ਨੇ ਸੁਨੀਲ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ। ਰਾਜਸਥਾਨ ਪੁਲਿਸ ਨੇ ਸੁਨੀਲ ਯਾਦਵ ਦੇ ਇੱਕ ਸਾਥੀ ਨੂੰ ਦੁਬਈ ਵਿੱਚ ਉੱਥੇ ਦੀਆਂ ਏਜੰਸੀਆਂ ਤੋਂ ਗ੍ਰਿਫਤਾਰ ਕਰ ਲਿਆ ਸੀ। ਸੁਨੀਲ ਯਾਦਵ ਦਾ ਇੱਕ ਹੋਰ ਨਾਂ ਗੋਲੀ ਵਰਿਆਮ ਖੇੜਾ ਹੈ। ਸੁਨੀਲ ਯਾਦਵ ਨੂੰ ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਨੇ ਗੰਗਾਨਗਰ 'ਚ ਪੰਕਜ ਸੋਨੀ ਕਤਲ ਕੇਸ 'ਚ ਗ੍ਰਿਫਤਾਰ ਕੀਤਾ ਸੀ। ਰੋਹਿਤ ਗੋਦਾਰਾ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਰੋਹਿਤ ਗੋਦਾਰਾ ਦੇ ਨਾਂ ਤੇ ਇੱਕ ਕਥਿਤ ਪੋਸਟ ਸਾਹਮਣੇ ਆਈ ਹੈ ਜਿਸ ਵਿੱਚ ਉਸਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਰੋਹਿਤ ਗੋਦਾਰਾ ਦੀ ਤਰਫੋਂ ਕਿਹਾ ਗਿਆ ਕਿ ਉਸਨੇ ਸਾਡੇ ਸਭ ਤੋਂ ਪਿਆਰੇ ਭਰਾ ਅੰਕਿਤ ਪਾਦੂ ਦਾ ਪੰਜਾਬ ਪੁਲਿਸ ਨਾਲ ਮੁਕਾਬਲਾ ਕਰਨ ਦਾ ਪ੍ਰਬੰਧ ਕੀਤਾ ਸੀ। ਅਸੀਂ ਬਦਲਾ ਲਿਆ ਹੈ ਅਤੇ ਜੋ ਵੀ ਇਸ ਵਿੱਚ ਸ਼ਾਮਲ ਹੈ ਉਹ ਜੋ ਵੀ ਹੈ ਉਸ ਦਾ ਹਿਸਾਬ ਲਿਆ ਜਾਵੇਗਾ। ਭਰਾਵੋ, ਇਹਨਾਂ ਨੇ ਪੂਰੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਆਦੀ ਬਣਾ ਦਿੱਤਾ ਹੈ। ਉਹ ਪੁਲਿਸ ਨਾਲ ਮਿਲ ਕੇ ਨਸ਼ਾ ਵੇਚਦੇ ਹਨ। ਉਸ ਦੇ ਖਿਲਾਫ ਗੁਜਰਾਤ 'ਚ 300 ਕਿਲੋ ਨਸ਼ੀਲੇ ਪਦਾਰਥਾਂ ਦਾ ਪਰਚਾ ਵੀ ਚੱਲ ਰਿਹਾ ਹੈ। ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਜੋ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਯਾਨੀ ISS ਤੇ ਇੱਕ ਲੰਬੇ ਸਮੇਂ ਤੋਂ ਹਨ, ਉਹਨਾਂ ਨੇ ਕ੍ਰਿਸਮਸ ਮਨਾਉਣ ਦੌਰਾਨ ਸਾਂਤਾ ਟੋਪੀਆਂ ਪਹਿਨੀਆਂ। ਇਸ ਦੇ ਨਾਲ ਕ੍ਰਿਸਮਸ ਟ੍ਰੀ ਅਤੇ ਹੋਰ ਸਜਾਵਟਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਨਾਲ ਲੋਕਾਂ ਦੇ ਵਿੱਚ ਸਦਭਾਵਨਾ ਦੇ ਨਾਲ ਕੁਝ ਵਿਵਾਦ ਹੀ ਖੜੇ ਹੋ ਚੁੱਕੇ ਹਨ। ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆਵਾਂ ਸ਼ੱਕ ਅਤੇ ਸਾਜ਼ਿਸ਼ਾਂ ਦੇ ਦਾਅਵੇ ਕਰ ਰਹੇ ਹਨ। ਕਈ ਉਪਭੋਗਤਾ ਨੇ ਪੁੱਛਿਆ ਕਿ ਕੀ ਇਹ ਸਜਾਵਟਾਂ ਪੁਲਾੜ ਵਿੱਚ ਪਹੁੰਚਾਈਆਂ ਗਈਆਂ ਜਾਂ ਉੱਥੇ ਬਣਾਈਆਂ ਗਈਆਂ। ਕੁਝ ਲੋਕਾਂ ਨੇ ਦਾਅਵਾ ਕੀਤਾ ਕਿ ਇਹ ਤਸਵੀਰਾਂ ਸਟੂਡੀਓ ਵਿੱਚ ਫਿਲਮਾਈਆਂ ਗਈਆਂ ਹਨ। ਕਈ ਲੋਕਾਂ ਨੇ ਇਸ ਨੂੰ ਪੋਜ਼ਿਟਿਵ ਤੌਰ ਤੇ ਲਿਆ, ਪਰ ਕਈ ਇਸ ਨੂੰ ਪੈਸੇ ਦਾ ਫਿਜ਼ੂਲ ਖਰਚੀ ਕਰਾਰ ਦਿੰਦੇ ਹਨ। ਨਾਸਾ ਦਾ ਜਵਾਬ ਵੀ ਆਇਆ ਹੈ, ਜਿਸ ਵਿੱਚ ਨਾਸਾ ਨੇ ਸਪਸ਼ਟ ਕੀਤਾ ਹੈ ਕਿ ISS ਨੂੰ ਭੇਜੀਆਂ ਜਾਣ ਵਾਲੀਆਂ ਡਿਲੀਵਰੀਆਂ ਵਿੱਚ ਤਿਉਹਾਰਾਂ ਦੀ ਸਜਾਵਟ, ਖਾਸ ਤੋਹਫੇ ਅਤੇ ਭੋਜਨ ਸ਼ਾਮਲ ਹੁੰਦੇ ਹਨ। ਭੇਜਣ ਦੀ ਪੱਕੀ ਪ੍ਰਕਿਰਿਆ ਹੁੰਦੀ ਹੈ। ਨਵੰਬਰ ਵਿੱਚ SpaceX ਰਾਹੀਂ ਕ੍ਰਿਸਮਸ ਦੀਆਂ ਚੀਜ਼ਾਂ ਭੇਜੀਆਂ ਗਈਆਂ। ਇਹ ਮਾਮਲਾ ਸਿਰਫ ਤਿਉਹਾਰਾਂ ਦੇ ਮੂਡ ਨਾਲ ਜੁੜਿਆ ਨਹੀਂ ਹੈ, ਪਰ ਇਹ ਦੱਸਦਾ ਹੈ ਕਿ ਪੁਲਾੜ ਮਿਸ਼ਨ ਵਿੱਚ ਮਨੁੱਖੀ ਤਜਰਬੇ ਨੂੰ ਕਿਵੇਂ ਚਲਾਇਆ ਜਾਂਦਾ ਹੈ। ਨਾਸਾ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਪੁਲਾੜ ਯਾਤਰੀਆਂ ਤੇ ਤਣਾਅ ਨੂੰ ਘਟਾਉਣ ਦੇ ਨਾਲ-ਨਾਲ ਉਹਨਾਂ ਨੂੰ ਜਿਵੇਂ ਘਰ ਦੇ ਨੇੜੇ ਲਿਆਉਂਦਾ ਹੈ ਉਸੇ ਤਰੀਕੇ ਨਾਲ ਫੀਲ ਕਰਾਇਆ ਜਾਵੇ। ਨਾਸਾ ਲਈ ਇਹ ਹਾਲਾਤ ਵਿਗਿਆਨਕ ਅਤੇ ਲੋਕ ਪ੍ਰਤੀਕੂਲ ਦੋਨੋਂ ਪੱਖਾਂ ਤੋਂ ਮਹੱਤਵਪੂਰਨ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੁਲਾੜ ਯਾਤਰੀਆਂ ਦੀ ਵਾਪਸੀ ਅਤੇ ਨਵੀਂ ਡਿਲੀਵਰੀਆਂ ਕਿਵੇਂ ਕੀਤੀਆਂ ਜਾਂਦੀਆਂ ਹਨ। ਕੈਨੇਡਾ ਦੇ ਵਿੱਚ ਸਿੱਖਿਆ ਨੀਤੀਆਂ ਵਿਰੁੱਧ ਮੁਜ਼ਾਹਰੇ ਦੌਰਾਨ ਟਰੈਕਟਰ ਸਵਾਰ ਪੰਜਾਬੀ ਅਤੇ BC ਹਾਈਵੇ ਪੈਟਰੋਲ ਦੀ ਗੱਡੀ ਦਰਮਿਆਨ ਵਾਪਰੇ ਹਾਦਸੇ ਦੇ ਮਾਮਲੇ ਵਿੱਚ 54 ਸਾਲ ਦੇ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। RCMP ਨੇ ਦੱਸਿਆ ਕਿ ਚਿਲੀਵੈਕ ਦੇ ਮਲਕੀਤ ਸਿੰਘ ਨੂੰ 18 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਰੀ ਪ੍ਰੋਵਿੰਸ਼ਨਲ ਕੋਰਟ ਵਿੱਚ ਪੇਸ਼ੀ 16 ਜਨਵਰੀ ਨੂੰ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਸੈਕਸ਼ੂਅਲ ਓਰੀਐਂਟੇਸ਼ਨ ਐਂਡ ਜੈਂਡਰ ਆਇਡੈਂਟੀਟੀ ਦੇ ਮੁੱਦੇ ਤੇ ਪੰਜਾਬੀ ਭਾਈਚਾਰੇ ਵੱਲੋਂ ਵੱਡੇ ਪੱਧਰ ਤੇ ਮੁਜ਼ਾਹਰਾ ਕਰਦਿਆਂ ਕਾਫਲੇ ਨੂੰ ਚਿਲੀਵੈਕ ਤੋਂ ਵੈਂਕੂਵਰ ਲਿਜਾਣ ਦਾ ਫੈਸਲਾ ਕੀਤਾ ਗਿਆ। ਮਲਕੀਤ ਸਿੰਘ ਦਾ ਟਰੈਕਟਰ ਵੀ ਮੁਜ਼ਾਹਰਾਕਾਰੀਆਂ ਦੇ ਕਾਫਲੇ ਵਿੱਚ ਸ਼ਾਮਲ ਸੀ, ਪਰ ਰਾਹ ਵਿੱਚ ਹਾਦਸਾ ਵਾਪਰ ਗਿਆ। RCMP ਮੁਤਾਬਕ ਮਲਕੀਤ ਸਿੰਘ ਵਿਰੁੱਧ ਪੁਲਿਸ ਤੋਂ ਫਰਾਰ ਹੋਣ, ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਅਤੇ ਪੁਲਿਸ ਅਫਸਰ ਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਦਸੇ ਦੌਰਾਨ ਮਲਕੀਤ ਸਿੰਘ ਗੰਭੀਰ ਜ਼ਖਮੀ ਹੋ ਗਏ, ਜਦਕਿ ਇੱਕ ਪੁਲਿਸ ਅਫਸਰ ਨੂੰ ਮਾਮੂਲੀ ਸੱਟਾਂ ਵੱਜੀਆਂ। ਜੌਨ ਡੀਅਰ ਟਰੈਕਟਰ ਅਤੇ ਪੁਲਿਸ ਦੀ ਗੱਡੀ ਵਿਚਾਲੇ ਹੋਈ ਟੱਕਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋਈ। ਮਾਮਲੇ ਦੀ ਪੜਤਾਲ ਕਰ ਰਹੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਨੇ ਫਰਵਰੀ 2024 ਵਿੱਚ ਇੱਕ ਬਿਆਨ ਜਾਰੀ ਕਰਦਿਆਂ ਹਾਈਵੇ 17 ਤੇ ਵਾਪਰੇ ਇਸ ਹਾਦਸੇ ਬਾਰੇ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਚੇਤੇ ਰਹੇ ਕਿ ਸਾਊਥ ਏਸ਼ੀਅਨ ਮੁਲਕਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਸੈਕਸ਼ੂਅਲ ਓਰੀਐਂਟੇਸ਼ਨਸ ਐਂਡ ਜੈਂਡਰ ਆਇਡੈਂਟੀਟੀ 123 ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਪੂਰੇ ਕੈਨੇਡਾ ਵਿੱਚ ਰੋਸ ਵਿਖਾਵੇ ਸਾਹਮਣੇ ਆਏ। ਮਾਹਰਾਂ ਦਾ ਕਹਿਣਾ ਸੀ ਕਿ ਸੋਗੀ ਬਾਰੇ ਫੈਲਾਈ ਜਾ ਰਹੀ ਗੁੰਮਰਾਹਕੁਨ ਜਾਣਕਾਰੀ ਵਿਵਾਦ ਦਾ ਕਾਰਨ ਬਣ ਰਹੀ ਹੈ। ਇੱਕ ਅਮਰੀਕੀ ਜਾਸੂਸੀ ਡਰੋਨ ਗਲੋਬਲ ਹਾਕ ਨੇ 7 ਦੇਸ਼ਾਂ ਦੇ ਉੱਪਰ ਉਡਾਨ ਭਰੀ ਅਤੇ ਰੂਸ ਦੀ ਸਰਹੱਦ ਦੇ ਨੇੜੇ ਪਹੁੰਚ ਗਿਆ। ਪੋਲੈਂਡ ਦੇ ਪ੍ਰਸਾਰਕ RMFFM ਨੇ ਇਹ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਦੇ ਡਰੋਨ ਨੇ ਰੂਸੀ ਖੇਤਰ ਦੇ ਵੱਡੇ ਪੈਮਾਨੇ ਤੇ ਹਮਲਿਆਂ ਤੋਂ ਪਹਿਲਾਂ ਵਾਰ-ਵਾਰ ਟੋ ਲਈ ਹੈ। ਇਨ੍ਹਾਂ ਹਮਲਿਆਂ ਵਿੱਚ ATACMS ਵਰਗੀਆਂ ਪੱਛਮੀ ਨਿਰਮਿਤ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਵੀ ਕੀਤੀ ਗਈ ਸੀ। ਰੇਡੀਓ ਨੇ ਦੱਸਿਆ ਕਿ ਜਾਸੂਸੀ ਡਰੋਨ ਨੇ ਸਿਸਲੀ ਦੇ ਸਿਗੋਨੇਲਾ ਮਿਲਟਰੀ ਬੇਸ ਤੋਂ ਉਡਾਨ ਭਰਨ ਤੋਂ ਬਾਅਦ ਪੋਲੈਂਡ ਅਤੇ ਲਿਥੁਆਨੀਆ ਦੇ ਉੱਪਰ ਉਡਾਨ ਭਰੀ। ਇਸ ਦਾ ਮਿਸ਼ਨ 17 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਿਆ। ਅਮਰੀਕਾ ਦੇ ਫਲੋਰੀਡਾ ਸੂਬੇ ਦੇ ਫੋਰਟ ਲਾਡਰਡੇਲ ਮਰੀਨਾ ਵਿਖੇ ਇੱਕ ਕਿਸ਼ਤੀ ਵਿੱਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਕਿ ਫਾਇਰ ਫਾਈਟਰ ਅੱਗ ਤੇ ਕਾਬੂ ਪਾਉਂਦੇ, ਦੂਜੀ ਕਿਸ਼ਤੀ ਇਸ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੋਰਟ ਲਾਡਰਡੇਲ ਫਾਇਰ ਰੈਸਕਿਊ ਯਾਨੀ FLFR ਨੇ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਘਟਨਾ ਬਾਰੇ ਕਈ 911 ਕਾਲਾਂ ਦਾ ਜਵਾਬ ਦਿੱਤਾ। FLFR ਅਨੁਸਾਰ ਜ਼ਖਮੀਆਂ ਵਿੱਚੋਂ 3 ਲੋਕ ਗੰਭੀਰ ਰੂਪ ਨਾਲ ਝੁਲਸੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੋਤਾਖੋਰਾਂ ਅਤੇ ਵਾਟਰਕ੍ਰਾਫਟ ਨੇ ਇੱਕ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਧਮਾਕੇ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਸ ਵਿਅਕਤੀ ਨੂੰ ਉਸੇ ਸ਼ਾਮ ਬਾਅਦ ਵਿੱਚ ਬ੍ਰੋਵਾਰਡ ਸ਼ੈਰਿਫ ਦੇ ਦਫ਼ਤਰ ਵੱਲੋਂ ਮ੍ਰਿਤਕ ਪਾਇਆ ਗਿਆ। ਐਮਾਜ਼ਨ ਦੇ ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਜੈਫ ਬੇਜ਼ੋਸ ਆਪਣੀ ਪ੍ਰੇਮਿਕਾ ਲੋਰੇਨ ਸਾਂਜੇਸ਼ ਨਾਲ ਵਿਆਹ ਕਰਨ ਜਾ ਰਹੇ ਹਨ। ਇਹ ਵਿਆਹ 28 ਦਸੰਬਰ ਨੂੰ ਐਸਪੇਨ ਕੋਲੋਰਾਡੋ ਵਿੱਚ ਹੋਵੇਗਾ। ਇਸ ਵਿਆਹ ਦੇ ਖਰਚ ਨੂੰ ਲੈ ਕੇ ਮੀਡੀਆ 'ਚ ਕਾਫੀ ਅਟਕਲਾਂ ਚੱਲ ਰਹੀਆਂ ਹਨ। ਇਸ ਵਿਆਹ ਲਈ ਆਉਣ ਵਾਲਾ ਖਰਚ ਲਗਭਗ 200-300 ਕਰੋੜ ਰੁਪਏ ਤੋਂ 5000 ਕਰੋੜ ਰੁਪਏ ਤੱਕ ਦੱਸਿਆ ਜਾ ਰਿਹਾ ਹੈ। ਅਮਰੀਕਾ 'ਚ ਇਸ ਵਿਆਹ ਦਾ ਖਰਚ $600 ਮਿਲੀਅਨ ਦੱਸਿਆ ਜਾ ਰਿਹਾ ਹੈ, ਜੋ ਕਿ ਲਗਭਗ 5000 ਕਰੋੜ ਰੁਪਏ ਹੈ। ਜਦੋਂ ਡੇਲੀ ਮੇਲ ਅਤੇ ਨਿਊਯਾਰਕ ਪੋਸਟ ਵਿੱਚ ਇਹ ਦਾਅਵੇ ਕੀਤੇ ਗਏ ਤਾਂ ਭਾਰਤੀ ਮੀਡੀਆ ਵਿੱਚ ਵੀ ਇਹਨਾਂ ਦੇ ਹਵਾਲੇ ਨਾਲ ਖਬਰਾਂ ਪ੍ਰਕਾਸ਼ਿਤ ਹੋਈਆਂ। ਹੁਣ ਜੈਫ ਬੇਜ਼ੋਸ ਅਤੇ ਉਹਨਾਂ ਦੀ ਪ੍ਰੇਮਿਕਾ ਲੋਰੇਨ ਸਾਂਜੇਜ਼ ਨੇ ਇਹਨਾਂ ਦਾਅਵਿਆਂ ਨੂੰ ਹਕੀਕਤ ਤੋਂ ਦੂਰ ਦੱਸਿਆ। ਦੋਹਾਂ ਨੇ ਵਿਆਹ ਤੇ ਖਰਚ ਹੋਣ ਵਾਲੇ ਦਾਅਵਿਆਂ ਨੂੰ ਨਕਾਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੇਜ਼ੋਸ ਅਤੇ ਲੋਰੇਨ ਦੇ ਵਿਆਹ 'ਚ ਸਿਰਫ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣ ਜਾ ਰਹੇ ਹਨ। ਸਾਲ 2023 'ਚ ਉਹਨਾਂ ਨੇ ਜੋ ਮੰਗਣੀ ਕੀਤੀ ਸੀ ਉਸ 'ਚ ਬਿਲ ਗੇਟਸ, ਲਿਓਨਾਰਡੋ ਅਤੇ ਕ੍ਰਿਸ ਜੈਨਰ ਵਰਗੇ ਮਹਿਮਾਨ ਆਏ ਸਨ। ਉਮੀਦ ਹੈ ਕਿ ਵਿਆਹ ਸਮਾਰੋਹ ਸਮੇਂ ਵੀ ਇਹ ਲੋਕ ਹੀ ਸ਼ਾਮਲ ਹੋਣਗੇ। ਬੇਜ਼ੋਸ ਨੇ ਪ੍ਰਪੋਜ਼ ਕਰਨ ਲਈ ਸਾਂਜੇਜ਼ ਨੂੰ ਦਿਲ ਦੇ ਆਕਾਰ ਦੇ ਹੀਰੇ ਦੀ ਅੰਗੂਠੀ ਦਿੱਤੀ ਸੀ। ਇਹ ਹੀਰਾ 20 ਕੈਰਟ ਦਾ ਸੀ। ਸਾਂਜੇਜ਼ ਇੱਕ ਬ੍ਰੌਡਕਾਸਟ ਜਰਨਲਿਸਟ ਰਹਿ ਚੁੱਕੀ ਹੈ। ਉਹ ਇੱਕ ਹੈਲੀਕਾਪਟਰ ਪਾਇਲਟ ਅਤੇ ਬਲੈਕ ਓਪਸ ਐਵੀਏਸ਼ਨ ਦੀ ਸੰਸਥਾਪਕ ਵੀ ਹੈ। ਬੇਜ਼ੋਸ ਨਾਲ ਆਪਣਾ ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਲੋਰੇਨ ਨੇ 2005 ਵਿੱਚ ਹਾਲੀਵੁੱਡ ਏਜੰਟ ਪੈਟਰਿਕ ਵਾਈਟਸੇਲ ਨਾਲ ਵਿਆਹ ਕੀਤਾ ਸੀ। ਇਹ ਵਿਆਹ 13 ਸਾਲ ਤੱਕ ਚੱਲਿਆ ਅਤੇ ਸਾਲ 2019 ਚ ਦੋਹਾਂ ਦਾ ਤਲਾਕ ਹੋ ਗਿਆ। ਪੈਟਰਿਕ ਨਾਲ ਉਸਦੇ 2 ਬੱਚੇ ਹਨ। ਬੇਟੇ ਦਾ ਨਾਮ ਇਵਾਨ ਅਤੇ ਇੱਕ ਬੇਸੀ ਏਲਾ ਹੈ। ਦੂਜੇ ਪਾਸੇ ਬੇਜ਼ੋਸ ਨੇ ਵੀ ਸਾਲ 2019 ਵਿੱਚ ਆਪਣੀ ਪਤਨੀ ਮੈਕੈਂਜੀ ਸਕਾਟ ਨੂੰ ਤਲਾਕ ਦੇ ਦਿੱਤਾ ਸੀ। ਦੋਹਾਂ ਦਾ ਵਿਆਹ ਸਾਲ 1994 ਵਿੱਚ ਹੋਇਆ ਸੀ। ਰੂਸ ਦੀ ਬੈਲਿਸਟਿਕ ਮਿਜ਼ਾਈਲ ਨੇ ਯੂਕਰੇਨ ਦੇ ਸ਼ਹਿਰ ਕ੍ਰੀਵੀ ਰੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਗਵਰਨਰ ਨੇ ਕਿਹਾ ਹੈ ਕਿ ਹਮਲੇ 'ਚ ਘੱਟੋ-ਘੱਟ 11 ਹੋਰ ਲੋਕ ਜ਼ਖਮੀ ਹੋਏ ਹਨ ਅਤੇ 4 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਹੋਰ ਲੋਕ ਦਬੇ ਹੋ ਸਕਦੇ ਹਨ। ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇਮਾਰਤ ਦਾ ਇੱਕ ਪਾਸਾ ਲਗਭਗ ਪੂਰੀ ਤਰ੍ਹਾਂ ਢਹਿ ਗਿਆ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਯੂਕਰੇਨ 25 ਦਸੰਬਰ ਨੂੰ ਦੂਜੀ ਵਾਰ ਅਧਿਕਾਰਤ ਤੌਰ ਤੇ ਕ੍ਰਿਸਮਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਨਾਸਾ ਦਾ ਪਾਰਕਰ ਸੋਲਰ ਪ੍ਰੋਬ ਹੁਣ ਤੱਕ ਕਿਸੇ ਵੀ ਮਨੁੱਖ ਦੁਆਰਾ ਬਣਾਏ ਪੁਲਾੜ ਯਾਨ ਨਾਲੋਂ ਸੂਰਜ ਦੇ ਨੇੜੇ ਪਹੁੰਚਣ ਵਾਲਾ ਹੈ। ਇਹ ਇੱਕ ਅਦਭੁਤ ਵਿਗਿਆਨਕ ਪ੍ਰਾਪਤੀ ਹੋਵੇਗੀ। ਹੁਣ ਤੱਕ ਕੋਈ ਵੀ ਮਨੁੱਖ ਦੁਆਰਾ ਬਣਾਈ ਗਈ ਵਸਤੂ ਸੂਰਜ ਦੇ ਇੰਨੇ ਨੇੜੇ ਨਹੀਂ ਪਹੁੰਚੀ ਹੈ। ਨਾਸਾ ਦਾ ਪਾਰਕਰ ਸੋਲਰ ਪ੍ਰੋਬ 24 ਦਸੰਬਰ ਨੂੰ ਸੂਰਜ ਦੇ ਬਹੁਤ ਨੇੜੇ ਤੋਂ ਲੰਘੇਗਾ। ਇਹ ਹੁਣ ਤੱਕ ਦੀ ਸੂਰਜ ਦੇ ਨੇੜੇ ਦੀ ਸਭ ਤੋਂ ਨਜ਼ਦੀਕੀ ਉਡਾਨ ਹੋਵੇਗੀ, ਜਦੋਂ ਇਹ ਪੁਲਾੜ ਯਾਨ ਸੂਰਜ ਦੀ ਸਤਹ ਤੋਂ ਸਿਰਫ 62 ਲੱਖ ਕਿਲੋਮੀਟਰ ਦੀ ਦੂਰੀ ਤੇ ਹੋਵੇਗਾ। ਪਾਰਕਰ ਸੋਲਰ ਪ੍ਰੋਬ ਮਿਸ਼ਨ ਸੂਰਜ ਦੇ ਰਹੱਸਾਂ ਨੂੰ ਸੁਲਝਾਉਣ ਅਤੇ ਪੁਲਾੜ ਵਿੱਚ ਮੌਸਮ ਦੀਆਂ ਘਟਨਾਵਾਂ ਨੂੰ ਸਮਝਣ ਲਈ ਲਾਂਚ ਕੀਤਾ ਗਿਆ ਸੀ। ਇਸ ਨੂੰ ਅਗਸਤ 2018 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਹ 7 ਸਾਲਾਂ ਦਾ ਮਿਸ਼ਨ ਹੈ। ਮੈਰੀਲੈਂਡ ਵਿੱਚ ਜੌਨਸ ਹੋਪਕਿੰਸ ਅਪਲਾਈਡ ਫਿਜ਼ਿਕਸ ਲੈਬੋਰੇਟਰੀ ਦੇ ਪਾਰਕਰ ਸੋਲਰ ਪ੍ਰੋਬ ਮਿਸ਼ਨ ਦੇ ਸੰਚਾਲਨ ਮੈਨੇਜਰ ਨਿਕ ਨੇ ਕਿਹਾ ਕਿ ਕਿਸੇ ਵੀ ਮਨੁੱਖ ਦੁਆਰਾ ਬਣਾਇਆ ਗਿਆ ਪੁਲਾੜ ਯਾਨ ਕਦੇ ਵੀ ਕਿਸੇ ਵੀ ਤਾਰੇ ਦੇ ਨੇੜੇ ਨਹੀਂ ਪਹੁੰਚਿਆ। ਇਸ ਲਈ ਹੁਣ ਪਾਰਕਰ ਸੋਲਰ ਪ੍ਰੋਬ ਅਣਜਾਣ ਖੇਤਰ ਤੋਂ ਡਾਟਾ ਭੇਜੇਗਾ। ਅਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ ਇਹ ਪੁਲਾੜ ਯਾਨ ਸੂਰਜ ਦੇ ਚੱਕਰ ਲਗਾਉਣ ਤੋਂ ਬਾਅਦ ਕਦੋਂ ਵਾਪਸ ਆਵੇ ਅਤੇ ਸਾਨੂੰ ਨਵੀਂ ਜਾਣਕਾਰੀ ਦੇਵੇ। ਪਾਰਕਰ ਸੋਲਰ ਪ੍ਰੋਬ ਆਪਣੀ ਗਤੀ ਅਤੇ ਸਹਿਣ ਸ਼ਕਤੀ ਦੋਵਾਂ ਪੱਖੋਂ ਇੱਕ ਵਿਲੱਖਣ ਮਿਸ਼ਨ ਹੈ। ਇਹ ਪੁਲਾੜ ਯਾਨ 6,90,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਿਹਾ ਹੈ। ਇੰਨੀ ਤੇਜ਼ੀ ਰਫ਼ਤਾਰ ਨਾਲ ਇਹ 1 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਵਾਸ਼ਿੰਗਟਨ ਤੋਂ ਟੋਕੀਓ ਪਹੁੰਚ ਸਕਦਾ ਹੈ।
ਇਸ ਤੋਂ ਇਲਾਵਾ ਵਾਹਨ ਦੀ ਹੀਟ ਸ਼ੀਲਡ ਲਗਭਗ 870 ਤੋਂ 930 ਡਿਗਰੀ ਸੈਲਸੀਅਸ ਤੱਕ ਗਰਮੀ ਨੂੰ ਸਹਿ ਸਕਦੀ ਹੈ, ਪਰ ਅੰਦਰਲੇ ਵਿਗਿਆਨਕ ਯੰਤਰਾਂ ਨੂੰ ਸੁਰੱਖਿਅਤ ਰੱਖਣ ਦੀ ਤਕਨੀਕੀ ਇੰਨੀ ਉન્નਤ ਹੈ ਕਿ ਉਹ ਲਗਭਗ 29 ਡਿਗਰੀ ਸੈਲਸੀਅਸ ਦੇ ਤਾਪਮਾਨ ਤੇ ਵੀ ਕੰਮ ਕਰਦੇ ਰਹਿਣਗੇ। ਜੇ ਧਰਤੀ ਦੇ ਅਤੇ ਸੂਰਜ ਦੀ ਦੂਰੀ ਨੂੰ ਇੱਕ ਅਮਰੀਕੀ ਫੁੱਟਬਾਲ ਮੈਦਾਨ ਦੇ ਬਰਾਬਰ ਮੰਨਿਆ ਜਾਵੇ ਤਾਂ ਇਹ ਪੁਲਾੜ ਯਾਨ ਸਿਰਫ 4 ਗਜ਼ ਦੂਰੀ ਤੇ ਹੋਵੇਗਾ। ਪਾਰਕਰ 24 ਦਸੰਬਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:23 ਤੇ ਸੂਰਜ ਦੇ ਸਭ ਤੋਂ ਨੇੜੇ ਪਹੁੰਚ ਜਾਵੇਗਾ। ਇਸ ਮਿਸ਼ਨ ਨੂੰ ਕਈ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਸਾ ਦੀ ਟੀਮ ਦਾ ਪੁਲਾੜ ਯਾਨ ਨਾਲ ਉਦੋਂ ਸਿੱਧਾ ਸੰਪਰਕ ਟੁੱਟ ਜਾਵੇਗਾ ਜਦੋਂ ਇਹ ਸੂਰਜ ਦੇ ਸਭ ਤੋਂ ਨੇੜੇ ਹੋਵੇਗਾ, ਜਿਸ ਨੂੰ ਪੈਰੀਹੇਲੀਅਨ ਕਿਹਾ ਜਾਂਦਾ ਹੈ। ਇਸ ਦੇ ਬਾਵਜੂਦ ਵਿਗਿਆਨੀ ਬੀਕਨ ਟੋਨ ਨਾਮਕ ਤਕਨੀਕ ਦੀ ਵਰਤੋਂ ਕਰਕੇ ਪੁਲਾੜ ਯਾਨ ਦੀ ਸਥਿਤੀ ਨੂੰ ਟਰੈਕ ਕਰਨਗੇ। ਨਾਸਾ ਦੀ ਟੀਮ ਪੁਲਾੜ ਯਾਨ ਦੇ ਡਾਟਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ, ਜੋ ਅਗਲੇ ਕੁਝ ਹਫ਼ਤਿਆਂ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।